ਦਰਸ਼ਕਾਂ ਦਾ ਹਾਰਦਿਕ ਸਵਾਗਤ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ। ਅੱਜ ਮੇਰੇ ਨਾਲ ਫਿਰ ਨੇ ਅਰਜੁਨ ਸ਼ਰਮਾ ਜੀ, ਸੰਪਾਦਕ ਪੰਚਾਇਤਨਾਮਾ। ਅਰਜੁਨ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ ਅਤੇ ਉਹਦੇ 'ਚ ਖਾਸ ਗੱਲ ਜਿਹੜੀ ਵੱਡੀ ਇਸ ਵੇਲੇ ਕਿਸਾਨ ਅੰਦੋਲਨ ਦੀ ਅੱਜ ਆਪਾਂ ਗੱਲ ਕਰਾਂਗੇ। ਅਸੀਂ ਚਾਹੁੰਦੇ ਕਿ ਕਿਸਾਨ ਅੰਦੋਲਨ ਇੱਕ ਨਵੇਂ ਰੂਪ ਦੇ ਵਿੱਚ, ਕਿਸਾਨ ਸੰਸਦ ਦੇ ਰੂਪ ਵਿੱਚ ਸਾਹਮਣੇ ਆ ਰਿਹਾ। ਇਹਨੂੰ ਔਰ ਇਹਦੇ ਜਿਹੜੇ ਪਹਿਲੇ ਵਾਲੇ ਰੂਪ ਨੂੰ, ਇਹਨਾਂ ਨੂੰ ਕਿਵੇਂ ਕੰਪੈਰੀਜ਼ਨ ਕਰਦੇ ਹੋ? ਕੀ ਨਵੀਂ ਪ੍ਰਾਪਤੀ ਉਹ 'ਚ ਕੀ ਹਾਸਲ ਹੋਣ ਦੀ ਉਮੀਦ ਵੱਝਦੀ ਆ? ਦੋ ਤਿੰਨ ਗੱਲਾਂ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਸੰਸਦ ਨਾਮ ਦਾ ਜਿਹੜਾ ਪ੍ਰੋਜੈਕਟ ਹੈ, ਇਹਦੇ ਪ੍ਰੋਡਿਊਸਰ ਔਰ ਡਾਇਰੈਕਟਰ ਯੋਗਿੰਦਰ ਯਾਦਵ ਜੀ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਕਿਸ ਕਿਸਮ ਦੀ ਮੂਵਮੈਂਟ ਕੀਤੀ ਜਾਏ, ਕਿਸ ਕਿਸਮ ਦੀ ਐਕਟੀਵਿਟੀ ਕੀਤੀ ਜਾਏ ਜਿਹੜਾ ਕਿ ਮੀਡੀਆ ਦਾ ਧਿਆਨ ਖਿੱਚਿਆ ਜਾ ਸਕੇ। ਕਿਸਾਨ ਅੰਦੋਲਨ ਪਿਛਲੇ 7-8 ਮਹੀਨੇ ਤੋਂ ਲਗਾਤਾਰ ਜਾਰੀ ਹੈ। ਪਹਿਲ ਜੋ ਮੀਡੀਆ ਦੀ ਖਿੱਚ ਇਹਨਾਂ ਨੂੰ ਮਿਲੀ ਸੀ, ਉਹ 26 ਜਨਵਰੀ ਤੋਂ ਬਾਅਦ ਜੋ ਘਟਨਾ ਹੋਈ ਦਿੱਲੀ 'ਚ, ਉਸ ਤੋਂ ਬਾਅਦ ਹੌਲੀ ਕਈ ਹੋਰ ਘਟਨਾਵਾਂ ਘਟਦੀਆਂ ਗਈਆਂ, ਜੁੜਦੀਆਂ ਗਈਆਂ, ਅਤੇ ਕਿਸਾਨ ਅੰਦੋਲਨ ਜਿਹੜਾ ਸੀ, ਔਰ ਦੂਜੇ ਪਾਸੇ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਜ਼ਿਆਦਾ ਭਰਿਆ। ਅਤੇ ਇਹ ਇੱਕ ਕਿਸਮ ਦੀਆਂ, ਸਮਝੋ ਕਿ ਗੁਲਾਬੀ ਰੁੱਤ ਵਿੱਚ ਗਏ ਸੀ ਜੀ, ਠੰਡ ਦੀਆਂ ਮਾਰਾਂ ਚੱਲ ਰਹੀਆਂ, ਫਿਰ ਥੋੜ੍ਹੀ ਜਿਹੀ ਗੁਲਾਬੀ ਰੁੱਤ ਆਈ, ਫਿਰ ਗਰਮੀ, ਫਿਰ ਬਰਸਾਤ ਔਰ ਉਮਸ, ਇਹ ਸਾਰਾ ਮੌਸਮ ਜਿਹੜਾ ਇਹ ਕਿਸਾਨ ਵੀਰ ਦਿੱਲੀ ਦੀ ਅਮਰੂਹਾਂ 'ਤੇ ਬੈਠੇ ਚੱਲਦੇ ਪਏ। ਅਸਲ ਦੇ ਵਿੱਚ ਇਹ ਕਿਸਾਨ ਅੰਦੋਲਨ ਦਾ ਜਿਹੜਾ ਇਹ ਪਕਸ਼ ਹੈ, ਪਹਿਲਾਂ ਸੰਸਦ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ 'ਤੇ ਪਹਿਲਾਂ ਗੱਲ ਕਰਦੇ ਹਾਂ ਜੀ ਕਿ ਸੰਸਦ ਇੱਦਾਂ ਨਹੀਂ ਹੁੰਦੀ ਵੈਸੇ ਜਿੱਦਾਂ ਸੰਸਦ ਬਣਾਈ ਗਈ, ਚਲਾਈ ਜਾ ਰਹੀ ਹੈ। ਉਹ ਤਾਂ ਇੱਕ ਮੂਵਮੈਂਟ ਬਣਾਤੀ, ਇੱਕ ਜੇ ਤੁਸੀਂ ਕਹਿ ਲਓ ਕਿ ਇੱਕ ਖਾਸ ਕਿਸਮ ਦਾ ਇੱਕ ਨਵਾਂ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ। ਮੈਨੂੰ ਯਾਦ ਹੈ ਕਿ ਸਾਡੇ ਜਲੰਧਰ ਦੇ ਵਿੱਚ ਨਾ JC ਕਲੱਬ ਹੈ, ਉਹਨਾਂ ਨੇ ਵੀ ਇੱਕ ਪੀਪਲਜ਼ ਪਾਰਲੀਮੈਂਟ ਨਾਂ ਦੀ ਇੱਕ ਸੈਗਮੈਂਟ ਬਣਾਈ ਸੀ। ਉਸ ਸੈਗਮੈਂਟ ਦੇ ਵਿੱਚ 5 ਇੰਜੀਨੀਅਰਸ, 5 ਡਾਕਟਰਸ, 5 ਪ੍ਰੋਫੈਸਰਸ, 5 ਪੱਤਰਕਾਰ, 5 ਕਿਸਾਨ, 5 ਇੰਡਸਟਰੀਲਿਸਟ, 5 ਬਿਜ਼ਨਸਮੈਨ, ਯਾਨੀ ਕਿ ਸਮਾਜ ਦੇ ਹਰ ਵਰਗ ਦੇ 5 ਲੋਕਾਂ ਨੂੰ ਜੋੜ ਕੇ ਅਤੇ ਕੋਈ 50 ਦੇ ਕਰੀਬ ਮੈਂਬਰ ਬਣਾ ਕੇ ਉਸ ਸੰਸਦ ਵਾਂਗੂ ਹੀ ਡਿਸਕਸ ਕਰਦੇ ਸੀ। ਨਵੇਂ ਮੁੱਦੇ ਲਿਆਉਂਦੇ ਸੀ। ਹਰ ਇਸ਼ੂ ਦੇ ਉੱਪਰ ਇੱਕ ਵਿਸ਼ੇ ਹੁੰਦਾ ਸੀ। ਉਸ ਵਿਸ਼ੇ 'ਤੇ ਹਰ ਵਰਗ ਦਾ ਬੰਦਾ ਆਪਣਾ ਵਿਚਾਰ ਦਿੰਦਾ ਸੀ। ਉਹ ਜਦੋਂ ਖਤਮ ਹੋ ਜਾਂਦੀ ਸੀ ਘੰਟੇ ਡੇਢ ਘੰਟੇ ਦੀ, ਉਸ ਤੋਂ ਬਾਅਦ ਜਿਹੜੇ ਅਧਿਕਸ਼ਤਾ ਕਰ ਰਹੇ ਹੁੰਦੇ ਸੀ, ਜਿਹੜੇ ਉਹਦੇ ਚਲਾਉਣ ਵਾਲੇ ਸੀ ਚੇਅਰਮੈਨ ਜੀ, ਉਹ ਉਹਨਾਂ ਦਾ ਇੱਕ ਬਰੀਫ ਨੋਟ ਤਿਆਰ ਕਰਦੇ ਸੀ। ਉਹ ਸਭ ਨੂੰ ਪੜ੍ਹ ਕੇ ਸੁਣਾਉਂਦੇ ਸੀ। ਕੋਈ ਅਗਰ ਓਬਜੈਕਸ਼ਨ ਹੁੰਦਾ ਸੀ ਤਾਂ ਉਹਨੂੰ ਰਿਮੂਵ ਕਰ ਲਿਆ ਜਾਂਦਾ ਸੀ, ਨਹੀਂ ਤਾਂ ਉਹ ਰਿਪੋਰਟ ਜਿਸ ਵਿਭਾਗ ਨਾਲ ਸੰਬੰਧਿਤ ਹੁੰਦੀ ਸੀ ਉਹਨਾਂ ਨੂੰ ਭੇਜ ਦਿੱਤੀ ਜਾਂਦੀ ਸੀ। ਔਰ ਇੱਕ ਬੜੀ ਸਫਲ ਰਹੀ, ਔਰ ਕਈ ਸਾਲ ਤੱਕ ਇਹ ਚੀਜ਼ ਚੱਲਦੀ ਰਹੀ, ਕਿਉਂਕਿ ਉਹਦਾ ਰੂਪ ਰੇਖਾ ਜਿਹੜੀ ਸੀ ਉਹ ਘੱਟੋ ਘੱਟ ਸਾਰੇ ਵਰਗਾਂ ਦੇ ਜਿਹੜੇ ਕਿ ਵਿਚਾਰ ਲੈਣ ਵਾਲੀ ਸੀ, ਸਾਰੇ ਵਰਗਾਂ ਦਾ ਵਿਚਾਰ ਲੈਣ ਵਾਲੀ ਸੀ। ਸੋ ਇਸ ਸੰਸਦ ਦੇ ਵਿੱਚ ਐਸਾ ਕੁਛ ਨਹੀਂ ਹੈ। ਹੁਣ ਇਹਦੀ ਸਾਰਥਕਤਾ ਹੋ ਸਕਦੀ ਸੀ ਜੇ ਗੱਲ ਕਰੀਏ ਜੀ, ਜੇ ਇਹਦੇ ਵਿੱਚ ਸਮਾਜ ਵਿੱਚ ਕਿਸਾਨਾਂ ਦੇ ਨਾਲ ਦੂਜੇ ਵਰਗਾਂ ਦੇ ਲੋਕਾਂ ਨੂੰ ਬੁਲਾ ਕੇ ਉਹਨਾਂ ਨੂੰ ਵੀ ਪੁੱਛਿਆ ਜਾਂਦਾ ਕਿ ਤੁਸੀਂ ਦੱਸੋ ਕਿ ਤੁਸੀਂ ਇਸ ਚੀਜ਼ ਦੇ ਬਾਰੇ ਆਪਣੀ ਕੀ ਓਪੀਨੀਅਨ ਦਿੰਦੇ ਹੋ। ਵਪਾਰੀ ਵਰਗ ਨੂੰ ਬੁਲਾਇਆ ਜਾਂਦਾ, ਛੋਟੇ ਕਾਰਖਾਨੇਦਾਰ ਨੂੰ ਬੁਲਾਇਆ ਜਾਂਦਾ, ਮਜ਼ਦੂਰਾਂ ਨੂੰ ਬੁਲਾਇਆ ਜਾਂਦਾ, ਠੀਕ ਹੈ ਜੀ, ਦੁਕਾਨਦਾਰਾਂ ਨੂੰ ਬੁਲਾਇਆ ਜਾਂਦਾ, ਆਮ ਲੋਕਾਂ ਨੂੰ ਵੀ ਇਨਵੋਲਵ ਕੀਤਾ ਜਾਂਦਾ, ਵੀ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਵੀ ਆਪਣਾ ਪਕਸ਼ ਦੱਸੋ ਕਿ ਅਗਰ ਅਸੀਂ ਕਿਸਾਨ ਸੰਸਦ ਲਗਾ ਰਹੇ ਹਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਤੁਹਾਡੀ ਕੀ ਪੁਆਇੰਟ ਆਫ ਵਿਊ ਹੈ, ਸਰਕਾਰ ਦੇ ਬਣਾਏ ਗਏ ਕਾਨੂੰਨਾਂ ਦੇ ਉੱਪਰ ਤੁਸੀਂ ਕੀ ਸੋਚਦੇ ਹੋ। ਮੈਨੂੰ ਲੱਗਦਾ ਇਹਦੇ ਵਿੱਚ ਤਾਂ ਸਰਕਾਰ ਦੇ ਵੀ ਨੁਮਾਇੰਦੇ ਨੂੰ ਸੱਦਿਆ ਜਾ ਸਕਦਾ ਵੀ ਤੁਸੀਂ ਆਪਣਾ ਪੱਖ ਰੱਖੋ ਕਾਨੂੰਨਾਂ ਬਾਰੇ। ਇਹਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ। ਇਹ ਜਿਹੜਾ ਸੈਗਮੈਂਟ ਹੈ, ਇਹਨੂੰ ਅਗਰ ਯੂਜ਼ ਕਰਨਾ ਚਾਹਣ ਕਿਸਾਨ, ਇਸ ਸੈਗਮੈਂਟ ਦਾ ਇੱਕ ਐਸਾ ਰੂਪ ਦੇਖੀਏ ਜਿਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ ਕੀਤੀਆਂ ਜਾਣ, ਅਤੇ ਇੱਕ ਬੜਾ ਵਰਸੇਟਾਈਲ ਮੈਸੇਜ ਦੇਣ ਵਾਲਾ ਬਣ ਸਕਦਾ। ਇਹਦੇ ਵਿੱਚ ਤੁਸੀਂ ਇਹ ਸਮਝ ਲਓ ਕਿ ਅੱਜ ਜੋ ਸ਼ੁਰੂ ਕੀਤਾ ਗਿਆ ਜਾਂ ਉਹਦਾ ਰੂਪ ਰੇਖਾ ਕੀ ਬਣਾਈ ਗਈ ਹੈ ਕਿ ਇੱਕ ਕਿਸਾਨਾਂ ਦੇ ਵਿੱਚੋਂ 200 ਬੰਦੇ ਆਉਣਗੇ, ਉਹਦੇ ਵਿੱਚੋਂ ਇੱਕ ਨੂੰ ਅਧਿਕਸ਼ ਬਣਾ ਦਿੱਤਾ ਜਾਏਗਾ, ਬਾਕੀ ਸੰਸਦ ਮੈਂਬਰਾਂ ਵਾਂਗੂ ਉੱਥੇ ਆਪਣੀ ਗੱਲ ਕਰਦੇ। ਪਰ ਉਹ ਸਿਰਫ ਇੱਕੋ ਹੀ ਪਕਸ਼ ਸਾਹਮਣੇ ਜਾ ਰਿਹਾ, ਉਹ ਕਿਸਾਨ ਦਾ ਆਪਣਾ ਹੀ ਪਕਸ਼ ਹੈ, ਜਿਹੜਾ ਕਿ ਪਿਛਲੇ 9 ਮਹੀਨਿਆਂ ਤੋਂ 7 ਮਹੀਨਿਆਂ ਤੋਂ ਅਸੀਂ ਸੁਣਦੇ ਚਲੇ ਆ ਰਹੇ ਹਾਂ। ਉਹਦੇ ਵਿੱਚ ਨਵੀਂ ਚੀਜ਼ ਤਾਂ ਕੋਈ ਦੇ ਨਹੀਂ ਸਕਦੇ। ਉਹ ਨਵਾਂਪਨ ਤਾਂ ਹੋ ਸਕਦਾ ਸੀ ਜੇ ਮੰਨ ਲਓ ਸਰਕਾਰ ਦੇ ਨੁਮਾਇੰਦੇ ਨੂੰ ਕਿਸੇ ਨੂੰ ਬੁਲਾ ਲੈਂਦੇ ਆ ਕਿ ਠੀਕ ਹੈ ਜੀ, ਸਾਡੀ ਰਿਕੁਐਸਟ ਹੈ ਤੁਸੀਂ ਕਿਸੇ ਸਟੇਟ ਦੇ ਚੀਫ ਮਿਨਿਸਟਰ ਨੂੰ ਭੇਜੋ, ਜਾਂ ਕਿਸੇ ਸਟੇਟ ਦੇ ਮੰਤਰੀ ਨੂੰ ਭੇਜ ਦਿਓ, ਜਾਂ ਖੇਤੀਬਾੜੀ ਨਾਲ ਰਿਲੇਟਡ ਕਿਸੇ ਵਿਸ਼ੇਸ਼ਕ ਨੂੰ ਭੇਜ ਦਿਓ,
ਵੀ ਕੁਛ ਨਾ ਕੁਛ ਐਸਾ ਹੁੰਦਾ ਜਿਹਦੇ ਵਿੱਚ ਘੱਟੋ ਘੱਟ ਸੰਸਦ ਵਿੱਚ ਜਿੱਦਾਂ ਦੋ ਤਰਫਾ 4 ਤਰ੍ਹਾਂ ਦੇ ਵਿਊਜ਼ ਆਉਂਦੇ ਆ ਇੱਕ ਵਿਸ਼ੇ ਦੇ ਉੱਪਰ, ਸੰਸਦ ਕਦੇ ਵੀ ਇੱਕਮਤ ਨਹੀਂ ਹੁੰਦੀ। ਮਤਲਬ ਗੱਲ ਸੁਣਾਈ ਵੀ ਜਾਂਦੀ ਹੈ ਤੇ ਗੱਲ ਸੁਣੀ ਵੀ ਜਾਂਦੀ ਹੈ ਜੀ। ਇਹਨਾਂ ਦੀ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤੱਕ ਇਸ ਅੰਦੋਲਨ ਨੂੰ ਚਲਾਉਣ ਵਾਲਿਆਂ ਨੇ ਸ਼ੁਰੂ ਤੋਂ ਹੀ ਇੰਨਾ ਜ਼ਿਆਦਾ ਗਰਮ ਕਰ ਦਿੱਤਾ ਹੈ ਕਿ ਇਹਦੇ ਨਾਲ ਜੁੜਿਆ ਵੋਲੰਟੀਅਰ ਵੀ ਜਿਹੜਾ ਹੈ ਉਹ ਵੀ ਕਿਸੇ ਦੂਸਰੇ ਪਕਸ਼ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਅਸੀਂ ਕਿਸੇ ਵੀ ਮਸਲੇ ਦੇ ਉੱਪਰ ਅਗਰ ਅੰਦੋਲਨ ਕਰਦੇ ਹਾਂ ਤੇ ਅੰਦੋਲਨਕਰਤਾਵਾਂ ਨੂੰ ਵੀ ਪਤਾ ਹੁੰਦਾ ਹੈ ਕਿ ਸਾਰੀਆਂ ਮੰਗਾਂ ਸਰਕਾਰਾਂ ਨਹੀਂ ਮੰਨਦੀਆਂ ਹੁੰਦੀਆਂ। ਕੁਝ ਮੰਗਾਂ ਸਰਕਾਰਾਂ ਮੰਨ ਲੈਂਦੀਆਂ, ਕੁਝ ਅੰਦੋਲਨਕਾਰੀ ਉਹਨਾਂ ਨੂੰ ਮੰਨ ਲੈਂਦੇ ਆ, ਕੁਝ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਲੈ ਦੇ ਕੇ ਮਸਲਾ ਇਹੋ ਜਿਹੇ ਲੈਵਲ 'ਤੇ ਆ ਜਾਏ ਕਿ ਕਿਸਾਨ ਅੰਦੋਲਨ ਜਿੱਦਾਂ ਜਿਹੜੇ ਕਰ ਰਹੇ ਆ ਇਸ ਤਰੀਕੇ ਨਾਲ ਅਗਰ ਇਹ ਕਰਦੇ ਤਾਂ ਇਹ ਹੋਣਾ ਸੀ ਕਿ ਕੁਝ ਸਰਕਾਰ ਨੇ ਮੰਨ ਲਈ, ਕੁਝ ਸਾਡੀ ਮੰਨੀ ਗਈ, ਚਲੋ ਜੀ ਗੱਲ ਰਹਿ ਗਈ, ਬਾਕੀ ਜਿਹੜੀਆਂ ਰਹਿ ਗਈਆਂ ਚੀਜ਼ਾਂ ਉਹਨਾਂ ਨੂੰ ਆਪਾਂ ਅੱਗੇ ਤੋਂ ਠੀਕ ਕਰ ਲਾਂਗੇ। ਹੁਣ ਅਗਰ ਇਸ ਸਾਰੇ ਸੈਗਮੈਂਟ ਦਾ ਸੰਧੂ ਸਾਹਿਬ ਤੁਸੀਂ ਦੂਜਾ ਪਕਸ਼ ਦੇਖੋ ਨਾ, ਤੇ ਇਹ ਕਾਨੂੰਨ ਨੂੰ ਤਾਂ ਹਾਲੇ ਲਾਗੂ ਹੀ ਨਹੀਂ ਹੋਣ ਦਿੱਤਾ ਗਿਆ। ਜਿਹੜੀ ਚੀਜ਼ ਜਦ ਤੱਕ ਲਾਗੂ ਨਹੀਂ ਹੋਏਗੀ ਤਦ ਤੱਕ ਉਹਦੇ ਰਿਜ਼ਲਟਸ ਜਿਹੜੇ ਹੈ ਪੋਜ਼ੀਟਿਵ ਨੇ ਜਾਂ ਨੈਗੇਟਿਵ ਨੇ ਅਸੀਂ ਕਿੱਦਾਂ ਕੱਢ ਸਕਦੇ ਹਾਂ। ਅਗਰ ਤੁਸੀਂ ਜੋਗਿੰਦਰ ਯਾਦਵ ਵਰਗੇ ਬੰਦੇ ਵਿਸ਼ਲੇਸ਼ਕ ਦੇ ਪਿੱਛੇ ਲੱਗ ਕੇ ਇਹ ਸੋਚਦੇ ਹੋ ਕਿ ਅਸੀਂ ਜੀ ਕਲਕੱਤੇ ਗਏ ਸੀ, ਅਸੀਂ ਜੀ ਬੰਗਾਲ ਗਏ ਸੀ, ਬੀਜੇਪੀ ਦੀ ਸਰਕਾਰ ਤੇ ਵੱਟ ਤੇ ਪਈ ਸੀ, ਅਸੀਂ ਉਹਨਾਂ ਨੂੰ 77 ਤੱਕ ਖਿੱਚ ਕੇ ਰੱਖਤਾ, ਜਦ ਕਿ ਹਕੀਕਤ ਇਹ ਹੈ ਕਿ ਪਹਿਲਾਂ ਉਹ 3 ਮੈਂਬਰ ਸੀਗੇ 400 ਚੋਂ, ਉਹ 3 ਤੋਂ 77 ਤੇ ਪਹੁੰਚ ਗਏ, ਉਹਨਾਂ ਦੀ ਤਰੱਕੀ ਹੋਈ ਹੈ। ਠੀਕ ਹੈ ਜੀ। ਜੀ ਜੀ। ਅਗਰ ਬਿਹਾਰ ਦੀ ਇਲੈਕਸ਼ਨ ਲਈ ਹੈ ਤਾਂ ਬਿਹਾਰ ਦੇ ਇਲੈਕਸ਼ਨ ਦੇ ਟਾਈਮ 'ਤੇ ਵੀ ਇਹ ਕਿਹਾ ਗਿਆ ਸੀ ਕਿ ਅਸੀਂ ਇਸ ਇਲੈਕਸ਼ਨ ਨੂੰ ਬਹੁਤ ਬੁਰੀ ਤਰ੍ਹਾਂ ਅਫੈਕਟ ਕਰਾਂਗੇ, ਉਹ ਵੀ ਸਰਕਾਰ ਬਣ ਗਈ। ਘੱਟ ਵੱਧ ਪਿਛਲੇ ਕਈ ਸਾਲਾਂ ਤੋਂ ਚੁੱਕੀ ਚੱਲੀ ਆ ਰਹੀ ਹੈ ਸਰਕਾਰ। ਕੁਝ ਐਂਟੀ ਇਨਕਨਵੈਂਸੀ ਹੁੰਦੀ ਹੈ, ਕੁਝ ਲੋਕਲ ਸਮੀਕਰਨ ਹੁੰਦੇ ਆ, ਕੁਝ ਬਦਲੇ ਹੋਏ ਸਿਆਸੀ ਸਮੀਕਰਨ, ਬਹੁਤ ਕੁਝ ਹੁੰਦਾ ਅਤੇ ਉਹਦੇ ਬਾਵਜੂਦ ਜੇ ਸਰਕਾਰ ਬਣ ਗਈ, ਜੇ ਅਸਾਮ ਸਰਕਾਰ ਬਣ ਗਈ ਤਾਂ ਸਾਨੂੰ ਮੇਰੇ ਖਿਆਲ ਨਾਲ ਕਿਸਾਨ ਅੰਦੋਲਨਕਰਤਾ ਜਿਹੜੇ ਹੈ ਉਹ ਜੇ ਸਿਆਸਤ ਦੇ ਚਸ਼ਮੇ ਨਾਲ ਹੀ ਇਹਨੂੰ ਦੇਖਣਾ ਚਾਹੁੰਦੇ ਹੈ ਤਾਂ ਫਿਰ ਤਾਂ ਉਹਨਾਂ ਦੇ ਮਨ ਵਿੱਚ ਹੀ ਸਿਆਸਤ ਹੈ। ਹੁਣ ਚੜੂਨੀ ਸਾਹਿਬ ਨੂੰ ਦੇਖ ਲਓ, ਉਹ ਕਹਿੰਦੇ ਇਲੈਕਸ਼ਨ ਲੜੋ, ਕੋਈ ਬੜੀ ਗੱਲ ਨਹੀਂ। ਹਿੰਦੁਸਤਾਨ ਦੇ ਵਿੱਚ ਹਰ ਆਮ ਨਾਗਰਿਕ ਨੂੰ ਇਲੈਕਸ਼ਨ ਲੜਨ ਦਾ ਰਾਈਟ ਹੈ। ਪਰ ਸਵਾਲ ਇਹ ਹੈ ਕਿ ਪਹਿਲਾਂ ਤਾਂ ਜਦੋਂ ਅਸੀਂ ਇਹ ਕਹਿੰਦੇ ਆ ਰਹੇ ਹਾਂ ਕਿ ਅਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਸਟੇਜ 'ਤੇ ਵੀ ਨਹੀਂ ਚੜ੍ਹਨ ਦੇਣਾ, ਅਤੇ ਫਿਰ ਜੇ ਆਪਾਂ ਆਪ ਵੀ ਪੋਲਿਟਿਕਸ ਕਰਨ ਲੱਗ ਜਾਵਾਂਗੇ ਤਾਂ ਫਿਰ ਉਹਦਾ ਮਤਲਬ ਕੀ ਨਿਕਲੇਗਾ। ਹੁਣ ਤਾਂ ਪਿੰਡਾਂ ਦੇ ਵਿੱਚ ਵੀ ਖਾਸ ਤੌਰ 'ਤੇ ਪਹਿਲਾਂ ਤਾਂ ਇੱਕ ਸਿਆਸੀ ਪਾਰਟੀ ਸੀ, ਬੀਜੇਪੀ ਦੀ ਗੱਲ ਹੁੰਦੀ ਸੀ, ਹੁਣ ਤੇ ਵਿੱਚ ਅਕਾਲੀ ਦਲ ਦੀ ਵੀ ਗੱਲ ਹੋਣ ਲੱਗ ਗਈ, ਈਵਨ ਕਿ ਕਈ ਥਾਵਾਂ 'ਤੇ ਕਾਂਗਰਸ ਦੀ ਵੀ ਹੋਈ। ਔਰ ਇਹ ਵੀ ਗੱਲ ਹੁੰਦੀ ਵੀ ਅਸੀਂ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਬਣ ਨਹੀਂ ਦੇਣਾ, ਅਤੇ ਦੂਜੇ ਪਾਸੇ ਸਿਆਸਤ ਕੀਤੀ ਵੀ ਜਾ ਰਹੀ ਹੈ, ਸਿਆਸਤ ਲਈ ਲੜਿਆ ਵੀ ਜਾ ਰਿਹਾ। ਅਤੇ ਗੱਲ ਤਾਂ ਕਿਤੇ ਨਾ ਕਿਤੇ ਇਹ ਵੀ ਚੱਲਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੀ ਕੁਝ ਜਿਹੜੇ ਪ੍ਰੋਮੀਨੈਂਟ ਜਿਹੜੇ ਲੀਡਰ ਨੇ ਕਿਸਾਨ ਨੇਤਾ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਚਿਹਰੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਖੋ ਇਸ ਪ੍ਰਦੇਸ਼ ਦੀਆਂ ਪ੍ਰਸਥਿਤੀਆਂ ਜਿਹੜੀਆਂ ਨੇ ਉਹਦਾ ਕਾਂਗਰਸ ਦੀ ਜਾਂ ਬੀਜੇਪੀ ਦੀ ਜਾਂ ਅਕਾਲੀਆਂ ਦੀ, ਕਿਉਂਕਿ ਇਲੈਕਸ਼ਨ ਆਉਣ ਵਾਲਾ ਹੈ ਅਤੇ ਇਲੈਕਸ਼ਨ ਦੇ ਵਿੱਚ ਹਰ ਪਾਰਟੀ ਨੂੰ ਆਪਣਾ ਪ੍ਰਚਾਰ ਕਰਨ ਦਾ ਰਾਈਟ ਹੈ। ਇਹ ਇੱਕ ਕਿਸਮ ਦਾ ਇਹ ਸਮਝ ਲਓ ਕਿ ਮਾਓਵਾਦੀ ਫੈਸਲਾ ਹੈ ਕਿ ਅਸੀਂ ਵੰਡਣ ਨਹੀਂ ਦੇਣਾ, ਸੁਣਨਾ ਹੀ ਨਹੀਂ। ਤੁਸੀਂ ਕਹੋ ਠੀਕ ਹੈ, ਆਓ ਅਸੀਂ ਸੁਣਦੇ ਹਾਂ, ਤੁਸੀਂ ਸਾਡੀ ਸੁਣੋ, ਤੁਹਾਡੀ ਸੁਣਦੇ ਹਾਂ, ਫਿਰ ਸਾਡਾ ਕੋਈ ਮਸਲਾ ਹੱਲ ਕਰੋ, ਫਿਰ ਅਸੀਂ ਤੁਹਾਡੇ ਬਾਰੇ ਵਿਚਾਰ ਕਰਾਂਗੇ। ਇਹ ਤਾਂ ਗੱਲ ਹੋ ਗਈ ਲੋਕਤੰਤਰਿਕ। ਅਤੇ ਜੇ ਅਸੀਂ ਕਹਿੰਦੇ ਅਸੀਂ ਗੱਲ ਹੀ ਨਹੀਂ ਸੁਣਨੀ, ਇਹ ਤਾਂ ਇੱਕ ਤਰਫਾ ਗੱਲ ਹੋ ਗਈ ਨਾ। ਜਿੱਥੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹਾਂ ਜੀ, ਗੁਰੂ ਨਾਨਕ ਸਾਹਿਬ ਦਾ ਉਹ ਇੱਕ ਬੜਾ ਮਸ਼ਹੂਰ ਉਹਨਾਂ ਦੀ ਜਿਹੜੀ ਪੰਕਤੀ ਗੁਰਬਾਣੀ ਦੀ ਉਹ ਬੋਲੀ ਜਾਂਦੀ ਹੈ ਕਿ ਜਬ ਲੱਗ ਦੁਨੀਆ ਰਹੀ ਹੈ ਨਾਨਕ ਕੁਝ ਕਹੀ ਹੈ ਕੁਝ ਸੁਣੀ ਹੈ। ਸੁਣਨਾ ਵੀ ਚਾਹੀਦਾ ਅਤੇ ਕਹਿਣਾ ਵੀ ਚਾਹੀਦਾ। ਅਤੇ ਜਿਵੇਂ ਤੁਸੀਂ ਹੁਣ ਸਾਫ਼ ਗੱਲ ਕੀਤੀ ਹੈ ਕਿ ਇਹ ਮਾਓਵਾਦੀ ਵਿਚਾਰਧਾਰਾ ਜਿਹੜੀ ਹੈ ਉਹ ਹੈ, ਇਹ ਮਾਓਵਾਦੀ ਵਿਚਾਰਧਾਰਾ ਦੇ ਜਿਵੇਂ ਕਿ ਪਹਿਲੇ ਇਫੈਕਟ ਤੁਸੀਂ ਗੱਲ ਕਰਦੇ ਆ ਕਿ ਹਾਂ ਇੰਨੀਆਂ ਹੀ ਮੰਗਾਂ ਸਾਡੀਆਂ ਹੈਗੀਆਂ, ਇਹੀ ਪੂਰੀਆਂ ਕਰੋ, ਅਸੀਂ ਇਸ ਤੋਂ ਘੱਟ ਨਹੀਂ ਮੰਨਦੇ। ਇਸ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਉਹ ਸਾਡੇ ਨਹੀਂ ਰਹੀ ਹੈ। ਕੀ ਪਹਿਲਾਂ ਵੀ ਕੋਈ ਤਜਰਬਾ ਹੈ ਰਿਹਾ ਜਿਹੜਾ ਕਿ ਸਮਾਜ ਲਈ ਕੋਈ ਨੁਕਸਾਨਦਾਇਕ ਹੋਇਆ ਹੋਵੇ, ਜਾਂ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਪੋਲੀਟੀਕਲੀ, ਜਿਹੜੇ ਪੰਜਾਬ ਦੀ ਸਿਆਸਤ ਦੇਖੀਏ, ਪੰਜਾਬ ਦੇ ਪਿਛਲੇ ਹਾਲਾਤ ਦੇਖੀਏ? ਦੋ ਹੈ। ਜਦੋਂ ਇਸ ਪ੍ਰਦੇਸ਼ ਦੇ ਵਿੱਚ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਉਦੋਂ ਦਿੱਲੀ ਦਰਬਾਰ ਨੇ, ਉਸ ਵੇਲੇ ਇੰਦਰਾ ਗਾਂਧੀ ਚੀਫ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਗੱਲਬਾਤ ਸ਼ੁਰੂ ਕੀਤੀ ਅਤੇ ਉਹਨਾਂ ਨੇ ਫਟਾਫਟ ਜਿਹੜਾ ਡਰਾਫਟ ਤਿਆਰ ਕੀਤਾ, ਉਹਦੇ 'ਚ 15 ਮੰਗਾਂ ਬਣਾ ਦਿੱਤੀਆਂ ਕਿ ਇਹ 15 ਮੰਗਾਂ ਪੂਰੀਆਂ ਕਰੋ। ਉਹਦੇ 'ਚ ਮੰਗ ਨੰਬਰ 1 ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਹਾ ਕਰੋ। ਸਰਕਾਰ ਨੇ ਕਰਨ ਤੋਂ ਬਾਅਦ ਬੁਲਾਇਆ, ਬਈ ਇਹ ਮੈਸੇਜ ਦੇ ਦਿੱਤਾ ਕਿ ਤੁਹਾਡੀ ਪਹਿਲੀ ਮੰਗ ਅਸੀਂ ਪੂਰੀ ਕਰ ਦਿੱਤੀ ਹੈ, ਬਾਕੀ ਤੇ ਆਓ ਗੱਲਬਾਤ ਕਰਦੇ ਹਾਂ। ਹੁਣ ਗੱਲਬਾਤ ਦਾ ਮਤਲਬ ਹੈ ਕਿ ਵਿਚਾਰ ਚਰਚਾ, ਕਿਹੜੀ ਚੀਜ਼ ਤੁਹਾਡੇ ਦ੍ਰਿਸ਼ਟੀਕੋਣ ਨਾਲ ਠੀਕ ਹੈ ਪਰ ਦੇਸ਼ ਦੇ ਦ੍ਰਿਸ਼ਟੀਕੋਣ ਨਾਲ ਠੀਕ ਨਹੀਂ।
ਤੁਹਾਡੇ ਔਰ ਸਾਡੇ ਔਰ ਦੇਸ਼ ਦੇ ਦ੍ਰਿਸ਼ਟੀਕੋਣ ਨਾਲ ਵੀ ਠੀਕ ਹੈ, ਉਹਦੇ ਆਰਥਿਕ ਪੱਖ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਝੋਲ ਹੈ। ਠੀਕ ਹੈ ਜੀ, ਕੋਈ ਐਸੀ ਚੀਜ਼ ਹੈ ਜਿਹੜੀ ਕਿਸੇ ਖਾਸ ਧਰਮ ਨੂੰ ਦੂਜੇ ਧਰਮ ਨਾਲੋਂ ਕਨੈਕਟ ਕਰਨ ਦੇ ਬਜਾਏ ਤੋੜਨ ਵਾਲੀ ਹੈ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਅਤੇ ਉਹ ਜਿਹੜੀਆਂ 15 ਮੰਗਾਂ ਸੀ ਉਹਨਾਂ ਵਿੱਚੋਂ 4 ਮੰਗਾਂ ਐਸੀਆਂ ਸੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਵੀ ਇਹ ਦੱਬੀ ਜ਼ੁਬਾਨ 'ਚ ਮੰਨ ਲਿਆ ਕਿ ਹਾਂ ਇਹ ਸਾਡੇ ਕੋਲੋਂ ਗਲਤ ਮੰਗਾਂ ਹੋ ਗਈਆਂ ਪੇਸ਼, ਉਹਨਾਂ ਦੇ ਅਸੀਂ ਜ਼ਿਆਦਾ ਚਰਚਾ ਨਹੀਂ ਕਰਾਂਗੇ। ਲੇਕਿਨ ਜਰਨੈਲ ਸਿੰਘ ਪਿੰਡਾਂ ਨੇ ਡੰਗ ਚੱਕ ਲਈ ਕਿ 15 ਮੰਗਾਂ ਦਾ ਮਤਲਬ 15 ਮੰਗਾਂ, ਅਸੀਂ ਤਾਂ 14.5 ਨਹੀਂ ਮੰਨਦੀਆਂ, ਇਹ ਤਾਂ 15 ਹੀ ਮੰਨਦੀਆਂ। ਉਹਦੇ ਚੱਲਦੇ ਵੀ ਬਹੁਤ ਜ਼ਿਆਦਾ ਗੜਬੜ ਹੋਈ ਸੀ। ਹੁਣ ਵੀ ਜਿਹੜਾ ਰਵੱਈਆ ਹੈ, ਹੁਣ ਵੀ ਰਵੱਈਆ ਜਿਹੜਾ ਹੈ ਕਿ 3 ਕਾਨੂੰਨ ਹੀ ਵਾਪਸ ਲਓ। ਅੱਛਾ, ਇਹਦੇ ਵਿੱਚ ਸੰਧੂ ਸਾਹਿਬ ਹੋਰ ਮਜ਼ੇਦਾਰ ਗੱਲ ਹੈ, ਜਿਹੜਾ ਤੀਸਰਾ ਕਾਨੂੰਨ ਸੀਗਾ ਨਾ, ਜਿਹਦੇ ਵਿੱਚ ਤੁਸੀਂ ਸਟਾਕ ਦੀ ਲਿਮਿਟ ਵਧਾ ਦਿੱਤੀ ਸੀ ਔਰ ਅਨਲਿਮਿਟਡ ਕਰ ਦਿੱਤਾ ਸੀ, ਉਹਦੇ ਵਿੱਚ ਪਿਛਲੇ ਦਿਨੀ ਸਰਕਾਰ ਨੇ 6 ਮਹੀਨੇ ਦਾ ਕਾਰੋਬਾਰ ਜਿਹੜਾ ਐਨਾਲਿਸਿਸ ਕੀਤਾ, ਉਹ 'ਚ ਪਾਇਆ ਗਿਆ ਕਿ ਜਿਹੜੀਆਂ ਦਾਲਾਂ ਦੇ ਰੇਟ ਵੱਧ ਗਏ ਜਾਂ ਤੇਲ ਦੇ ਰੇਟ ਵੱਧ ਗਏ, ਠੀਕ ਹੈ ਨਾ, ਉਹ ਕਈ ਚੀਜ਼ਾਂ ਐਸੀਆਂ ਹੋਈਆਂ ਜਿਹੜੀਆਂ ਉਹ ਉਸ ਭੰਡਾਰਨ ਦੇ ਕਰਕੇ ਉਹ ਪ੍ਰੋਬਲਮ ਆਈ। ਸਰਕਾਰ ਨੇ ਉਸ ਕਾਨੂੰਨ ਜਿਹੜਾ ਸੀਗਾ ਉਹਦੇ 'ਚ ਆਪ ਹੀ ਅਮੈਂਡਮੈਂਟ ਕਰਕੇ ਇਹਨੂੰ ਠੀਕ ਕਰ ਦਿੱਤਾ। ਇਹਦਾ ਮਤਲਬ ਕੀ ਹੈ ਕਿ ਇੱਕ ਚੀਜ਼ ਜਦੋਂ ਧਰਤੀ 'ਤੇ ਆਉਂਦੀ ਹੈ, ਪ੍ਰੈਕਟੀਕਲੀ ਲਾਗੂ ਹੁੰਦੀ ਹੈ, ਫਿਰ ਹੀ ਪਤਾ ਲੱਗਦਾ ਕਿ ਇਹ 'ਚ ਪ੍ਰੋਜ਼ ਕੌਨਸ ਕੀ ਨੇ, ਗਲਤੀਆਂ ਕੀ ਨੇ, ਕਮੀਆਂ ਕੀ ਨੇ, ਪੇਸ਼ੀਆਂ ਕੀ ਨੇ। ਹੁਣ GST ਲੱਗੀ ਸੀ, GST ਜਦੋਂ ਪਹਿਲਾਂ ਲੱਗੀ ਉਹ ਸਾਰੀਆਂ ਵਸਤਾਂ ਦੇ ਇੱਕੋ ਜਿਹੀ ਲਾਤੀ ਗਈ। ਬਾਅਦ 'ਚ ਜਿੱਦਾਂ ਜਿੱਦਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਨਹੀਂ ਇਹ ਖਾਣ ਪੀਣ ਵਾਲੀਆਂ ਚੀਜ਼ਾਂ 'ਤੇ ਇੰਨੀ ਲੱਗ ਸਕਦੀ, ਉਹ 28% ਤੋਂ ਘਟਾ ਕੇ 12, 15, ਫਿਰ 5% 'ਤੇ ਆ ਗਈ, 2% 'ਤੇ ਆ ਗਈ, 4% 'ਤੇ ਆ ਗਈ। ਤੇਲ ਜਿਹੜਾ ਵਾ ਪੈਟਰੋਲ ਔਰ ਡੀਜ਼ਲ, ਇਹਦੇ 'ਤੇ ਸਰਕਾਰ ਨੂੰ ਪਤਾ ਸੀ ਵੀ ਇਹਦੇ 'ਤੇ ਅਗਰ GST ਹੀ ਅਸੀਂ ਲਗਾਵਾਂਗੇ ਤਾਂ ਇਹਦੇ ਨਾਲ ਸਰਕਾਰ ਦਾ ਬਹੁਤ ਜ਼ਿਆਦਾ ਘਾਟਾ ਪੈ ਜਾਣਾ, ਉੱਥੇ GST ਲਾਗੂ ਨਹੀਂ ਕੀਤੀ ਗਈ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ, ਕੋਈ ਵੀ ਨਵੀਆਂ ਚੀਜ਼ਾਂ, ਨਵੇਂ ਕਾਨੂੰਨ ਆਉਂਦੇ ਆ ਨਾ, ਉਹ ਇੱਕ ਨਵੇਂ ਜੰਮੇ ਬੱਚੇ ਵਰਗੇ ਸਾਨੂੰ ਸਭ ਹੁੰਦੇ ਆ। ਨਵੇਂ ਬੱਚੇ ਦਾ ਟਰੀਟਮੈਂਟ ਔਰ ਉਸ ਬੰਦੇ ਨੂੰ, ਉਸ ਬੱਚੇ ਨੂੰ ਜਦੋਂ ਅਸੀਂ ਸੰਭਾਲਣਾ ਹੁੰਦਾ ਨਾ, ਉਹਦੇ ਚਲਦੇ ਇੱਕ ਨਵੀਂ ਵਿਵਸਥਾ ਘਰ 'ਚ ਪੈਦਾ ਹੋ ਜਾਂਦੀ ਹੈ। ਰਾਤ ਨੂੰ ਸੌਣ ਵਾਲੇ ਜਿਹੜੇ ਆ ਉਹਨੂੰ ਦਿਨ ਨੂੰ ਸੌਣਾ ਪੈਂਦਾ, ਕਿਉਂਕਿ ਬੱਚਾ ਰਾਤ ਨੂੰ ਜਾਗਦਾ, ਉਹਦੇ ਨਾਲ ਜਾਗਣਾ ਪੈਂਦਾ। ਔਰ ਜਦੋਂ ਉਹ ਹੌਲੀ ਹੌਲੀ ਫੈਮਿਲੀ 'ਚ ਐਡਜਸਟ ਹੁੰਦਾ ਜਾਂਦਾ, ਵੱਡਾ ਹੁੰਦਾ ਜਾਂਦਾ, ਉਹ ਪਹਿਲਾਂ ਮੰਜਾ ਫੜ ਕੇ ਤੁਰਦਾ, ਫਿਰ ਕੁਰਸੀ ਫੜ ਕੇ ਤੁਰਦਾ, ਫਿਰ ਆਪਣੇ ਪੈਰਾਂ 'ਤੇ ਹੋ ਜਾਂਦਾ, ਫਿਰ ਡਿੱਗਦਾ ਵਾ, ਫਿਰ ਉੱਠਣਾ ਸਿੱਖ ਜਾਂਦਾ, ਫਿਰ ਦੌੜਨਾ ਸਿੱਖਦਾ। ਇਹ ਇੱਕ ਪ੍ਰਕਿਰਿਆ ਦਾ ਹਿੱਸਾ ਹੈ। ਅਗਰ ਅਸੀਂ ਬੱਚਾ ਹਾਲੇ ਜੰਮਿਆ ਨਹੀਂ ਅਤੇ ਅਸੀਂ ਇਹ ਕਹੀਏ ਕਿ ਇਹ ਜਨਾਨੀ ਦੀ ਸਰੀਰ ਦੀ ਤਾਕਤ ਘੱਟ ਹੈ, ਅਤੇ ਕਿਤੇ ਇਹ ਨਾ ਹੋਵੇ ਵੀ ਬੱਚਾ ਇਹਦਾ ਜਿਹੜਾ ਹੈ ਉਹ ਅੰਨਾ 'ਚ ਪੈਦਾ ਹੋ ਜਾਏ ਜਾਂ ਲੂਲਾ ਲੱਗਣਾ ਪੈਦਾ ਹੋ ਜਾਏ, ਇਹ ਇਸ ਕਿਸਮ ਦੀਆਂ ਜਿਹੜੀਆਂ ਖਦਸ਼ੇਬਾਜ਼ੀਆਂ ਨੇ। ਔਰ ਮੈਂ ਸਮਝਦਾ ਕਿ ਜਦੋਂ ਦੇਸ਼ ਦੇ ਵਿਕਾਸ ਦਾ ਔਰ ਬਦਲਾਵ ਦਾ ਮਸਲਾ ਆਵੇ ਨਾ, ਉਦੋਂ ਸਾਨੂੰ ਇੰਨੀ ਛੋਟੀ ਸੋਚ, ਸੌਲੀ ਸੋਚ ਕੇ ਨਹੀਂ ਚੱਲਣਾ ਚਾਹੀਦਾ। ਉਦੋਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਹਨੂੰ ਪ੍ਰਯੋਗ ਕਰਕੇ ਦੇਖ ਰਹੇ, ਸਰਕਾਰ ਵੀ ਤਾਂ ਸਾਡੀ ਹੈ। ਜਾਂ ਤਾਂ ਇਹ ਹੋਏ ਕਿ ਅਸੀਂ ਜਿਸ ਵਿਵਸਥਾ 'ਚ ਚੱਲਦੇ ਆ ਰਹੇ ਹਾਂ, ਕਿ ਅਸੀਂ ਉਹ 'ਚ ਕਰਜ਼ਿਆਂ ਦੇ ਭਾਰ ਹੇਠ ਨਹੀਂ ਡੁੱਬੇ ਹੋਏ, ਕਿ ਅਸੀਂ ਸਾਡੇ ਕਿਸਾਨ ਭਾਈ ਖੁਦਕੁਸ਼ੀਆਂ ਨਹੀਂ ਕਰ ਰਹੇ, ਕਿ ਉਹਨਾਂ ਨੂੰ ਉਹਨਾਂ ਦੀਆਂ ਜਿਨਸਾਂ ਦਾ ਮੁੱਲ ਠੀਕ ਮਿਲਦਾ ਪਿਆ, ਕਿ ਬਾਜ਼ਾਰ ਦੀ ਮੌਜੂਦਾ ਵਿਵਸਥਾ ਤੋਂ ਪ੍ਰੈਕਟੀਕਲੀ ਉਹ ਠੀਕ ਨੇ, ਖੁਸ਼ ਨੇ, ਕਿ ਉਹਨਾਂ ਦੀ ਜਿਹੜੀ ਲਿਆਂਦੀ ਉਪਜ ਹੈ ਉਹ ਚੂੰਕਿ ਆੜ੍ਹਤੀ ਤੋਂ ਬਿਨਾਂ ਵੇਚ ਨਹੀਂ ਸਕਦੇ, ਅਤੇ ਆੜ੍ਹਤੀ ਉਹ 6 ਰੁਪਏ ਕਿਲੋ ਵਿੱਚ ਉਸੇ ਵੇਲੇ ਪਰਚੇਜ਼ ਕਰਕੇ ਮੰਡੀ 'ਚ ਉਹਦੇ ਕੋਲ 20 ਰੁਪਏ ਕਿਲੋ ਵੇਚਣ ਦਾ ਵੀ ਰਾਈਟ ਹੈਗਾ, ਅਤੇ ਇਹਦੇ ਵਿੱਚ ਕਿਸਾਨ ਦੇ ਨਾਲ ਧੱਕਾ ਹੁੰਦਾ ਹੈ। ਜੇ ਨਾਨਕ ਸਿੰਘ ਨੇ ਲਿਖਿਆ ਹੈ, ਜੇ ਸੋਹਣ ਸਿੰਘ ਸੀਤਲ ਨੇ ਲਿਖਿਆ ਹੈ, ਜੇ ਤੂਤਾਂ ਵਾਲਾ ਖੂਬ ਪੜ੍ਹ ਲਓ, ਜਿਹਦੇ ਵਿੱਚ ਪਹਿਲੇ ਪੈਰੇ ਤੋਂ ਐਂਡ ਦੀ ਲਾਈਨ ਤੱਕ ਉਹ ਇੱਕ ਜਿਹੜਾ ਸ਼ਾਹੂਕਾਰ ਹੈ ਉਹਨੂੰ ਸਿਰਫ ਗਰਮੀ ਦੇ ਵਿੱਚ ਜਦੋਂ ਅੜਿਆ ਹੈ, ਉਹਨੂੰ ਤੂਤਾਂ ਵਾਲਾ ਖੂਹ ਨਜ਼ਰ ਆ ਜਾਂਦਾ, ਉੱਥੋਂ ਦੀ ਠੰਡਕ, ਉੱਥੋਂ ਦਾ ਮਿੱਠਾ ਪਾਣੀ, ਔਰ ਉਹਨੂੰ ਹਾਸਲ ਕਰਨ ਲਈ ਉਹ ਸਾਰੀ ਜ਼ਿੰਦਗੀ ਹੀ ਉਹਨਾਂ ਕਿਸਾਨਾਂ ਦੇ ਨਾਲ ਉਹਨਾਂ ਨੂੰ ਲਾਲਚ ਦੇ ਰਿਹਾ ਹੈ। ਕੋਈ ਮੱਝ ਖਰੀਦ ਲਓ, ਕਰਜ਼ਾ ਲੈ ਲਓ, ਲੰਬੜਦਾਰੀ ਦੀ ਲੜਾਈ ਲੜ ਲਓ, ਪੈਸੇ ਲੈ ਲਓ, ਆਪਸ 'ਚ ਲੜ ਲਓ, ਪੈਸੇ ਲੈ ਲਓ, ਭਰਾ ਵੰਡੀਆਂ ਪਾ ਲਓ, ਪੈਸੇ ਲੈ ਲਓ, ਤਾਂ ਕਿ ਉਸ ਚੀਜ਼ ਨੂੰ ਹਾਸਲ ਕਰ ਸਕੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਜਿਹੜਾ ਆੜਤੀ ਵਰਗ ਐਸਾ ਹੀ ਹੈ। ਅੱਜ ਦੀ ਤਰੀਕ ਦੇ ਵਿੱਚ ਹੋਇਆ ਕੀ ਹੈ ਕਿ ਬਦਲਾਵ ਇਹ ਹੋਇਆ ਕਿ ਵੱਡੇ ਕਿਸਾਨ ਜਿਹੜੇ ਸੀ ਉਹਨਾਂ ਨੇ ਆੜਤ ਦਾ ਧੰਦਾ ਵੀ ਨਾਲ ਪੈਰਲਲ ਸ਼ੁਰੂ ਕਰ ਲਿਆ। ਹੁਣ ਵੱਡੇ ਕਿਸਾਨ ਵੀ ਆੜਤੀ ਹੈ, ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਅਗਰ ਤੁਸੀਂ ਆੜਤੀ ਕਹੋਗੇ ਤਾਂ ਅਸੀਂ ਕਿਸਾਨ ਹਾਂ, ਪਰ ਉਹ ਡਬਲ ਰੋਲ ਦੀ ਭੂਮਿਕਾ ਵਿੱਚ ਵੀ ਬਹੁਤ ਸਾਰੇ ਲੋਕ ਨੇ। ਮੈਂ ਸਮਝਦਾ ਠੀਕ ਹੈ, ਸੰਸਦ ਵਾਲਾ ਮਸਲਾ ਜਿਹੜਾ ਹੈ ਇਹਨਾਂ ਨੇ ਬਣਾ ਲਿਆ ਹੈ, ਚਲੋ 26 ਜਨਵਰੀ ਤੋਂ ਬਾਅਦ 6 ਵਜੇ ਸੀ, ਅੰਦੋਲਨ ਨੂੰ ਨੁਕਸਾਨ ਹੋਇਆ ਸੀ। ਹੁਣ ਇਹ ਕੋਈ ਨਾ ਕੋਈ ਮੀਡੀਆ ਦੇ ਵਿੱਚ ਤਾਂ ਇਹਦਾ 2 ਦਿਨ ਚਰਚਾ, 4 ਦਿਨ ਚਰਚਾ ਉਹੀ ਹੋਏਗਾ। ਫਿਰ ਅਲਟੀਮੇਟਲੀ ਜੇ ਤਾਂ ਕੋਈ ਰੋਜ਼ ਨਵੀਂ ਚੀਜ਼ ਕਰਨਗੇ ਫਿਰ ਤਾਂ ਉੱਥੇ
ਮੀਡੀਆ ਰੋਜ਼ ਨਵੀਂ ਚੀਜ਼ ਕਵਰ ਕਰੇਗਾ। ਤੇ ਜੇ ਇੱਕੋ ਹੀ ਤਰ੍ਹਾਂ ਦੀ ਰੋਜ਼ ਚੀਜ਼ ਕੀਤੀ ਜਾ ਰਹੀ ਹੈ, ਉਹ 1 2 3 ਬਾਅਦ ਉਹ ਫਿਰ ਇੱਕ ਸਿੰਗਲ ਲਾਈਨ ਦੀ 2 ਲਾਈਨ ਦੀ ਖਬਰ ਜਿਹੜੀ ਹੈ। ਹੁਣ ਜਾਂਦੇ ਜਾਂਦੇ ਛੋਟੀ ਜਿਹੀ ਗੱਲ ਇੱਕ ਤੁਹਾਡੇ ਨਾਲ ਜ਼ਰੂਰ ਚਰਚਾ ਤੁਹਾਡੇ ਕੋਲ ਲੈਣੀ ਚਾਹਾਂਗੇ। ਜਿਵੇਂ ਆਪਾਂ ਗੱਲ ਕੀਤੀ ਹੈ ਸ਼ਾਹੂਕਾਰਾਂ ਦੀ ਔਰ ਇਹਦੇ 'ਚ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਇਸ ਵੇਲੇ ਇਨਵੈਸਟਮੈਂਟ ਜਿਹੜੀ ਹੈ ਵਿਦੇਸ਼ਾਂ ਤੋਂ ਕਾਫੀ ਜਿਹੜੀ ਆ ਫੰਡਿੰਗ ਇਸ ਸੰਘਰਸ਼ ਲਈ ਹੋਈ ਹੈ। ਹਾਲਾਂਕਿ ਇੱਕ ਸਾਡਾ ਪੰਜਾਬੀਆਂ ਦਾ ਸੁਭਾਅ ਹੈ ਜਿਹਦੇ ਸਾਡੇ ਜਿਹੜੇ NRI ਭਰਾ ਵੀ ਸ਼ਾਮਲ ਨੇ ਕਿ ਅਸੀਂ ਜਿੱਦੀ ਹਾਂ ਸੁਭਾਅ ਦੇ, ਔਰ ਜਿੱਦ ਕਰਕੇ ਅਸੀਂ ਚਾਹੁੰਦੇ ਵੀ ਇੰਨੀ ਹੀ ਗੱਲ ਮੰਨਣੀ ਹੈ, ਇਸ ਤੋਂ ਘੱਟ ਅਸੀਂ ਜਿਹੜੀ ਆ ਉਹ ਮੰਨਣੀ ਨਹੀਂ। ਸ਼ਾਇਦ ਉਹਦਾ ਪਿਛੋਕੜ ਸਾਡੇ ਜਿਹੜੇ ਇੱਥੋਂ ਦੇ ਹਾਲਾਤ ਰਹੇ ਆ ਕਿ ਸਾਡੇ ਉੱਤੇ ਅਟੈਕ ਰਹੇ ਆ, ਸਾਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਮਜ਼ਬੂਤ ਬਣਾਤਾ, ਸਾਨੂੰ ਥੋੜ੍ਹਾ ਜਿੱਦੀ ਬਣਾਤਾ ਵੀ ਜਿਹੜਾ ਕੰਮ ਸਾਡੇ ਲਈ ਜ਼ਰੂਰੀ ਅਸੀਂ ਕਰਨਾ ਹੀ ਕਰਨਾ ਆ। ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਹਾਲਾਤ ਦੇ ਵਿੱਚ ਹੁਣ ਜਿਹੜੇ ਹਾਲਾਤ ਹੈ ਸਰਕਾਰਾਂ ਦੇ ਉੱਤੇ ਹੀ ਸਾਰੀ ਡਿਊਟੀ ਹੈ ਕਿ ਉਹ ਸਾਡੀਆਂ ਜਿੱਦਾਂ ਦੇ ਅਨੁਸਾਰ ਜਿਹੜੇ ਉਹ ਢਲੇ, ਜਾਂ ਕਿ ਸਾਨੂੰ ਵੀ ਪੰਜਾਬੀਆਂ ਨੂੰ ਜਿਹੜਾ ਉਹ ਇਹਦੇ 'ਤੇ ਕੋਈ ਨਵੀਂ ਰੂਪ ਰੇਖਾ ਜਿਹੜੀ ਹੈ ਉਹਦੇ ਵਾਸਤੇ ਕੋਈ ਸੰਦੇਸ਼ ਮਿਲਦਾ ਇਸ ਸੰਘਰਸ਼ ਦੇ ਵਿੱਚੋਂ? ਇਹਦੇ ਬਾਰੇ ਜ਼ਰੂਰ ਆਪਣੀ ਟਿੱਪਣੀ ਦਿਓ। ਸਾਨੂੰ ਇਸ ਸੰਘਰਸ਼ ਜਿਹੜਾ ਸੰਦੇਸ਼ ਮਿਲਦਾ ਨਾ, ਉਹ ਇਹ ਮਿਲਦਾ ਕਿ ਲਾਈ ਲੱਗ ਨਾ ਹੋਵੇ ਘਰ ਵਾਲਾ ਅਤੇ ਚੰਦਰਾ ਗਵਾਂਢ ਨਾ ਹੋਵੇ। ਠੀਕ ਹੈ ਨਾ ਜੀ। ਸਾਡੇ ਪਿੰਡਾਂ ਦਾ ਸਟਰਕਚਰ ਐਸਾ ਹੈ ਕਿ ਉੱਥੇ 1 2 ਕਾਮਰੇਡ ਹਰ ਪਿੰਡ ਦੇ ਵਿੱਚ ਐਗਜ਼ਿਸਟ ਕਰਦੇ ਹੁੰਦੇ, ਪੜ੍ਹੇ ਲਿਖੇ ਹੁੰਦੇ ਆ, ਥਾਣੇ ਕਚਹਿਰੀ ਗੱਲ ਕਰਨ ਜੋਗੇ ਹੁੰਦੇ ਆ, ਤਹਿਸੀਲਦਾਰ ਕੋਲ ਜਾਣਾ ਹੈ, ਲੰਬੜਦਾਰ ਕੋਲ ਜਾਣਾ ਹੈ, ਰਜਿਸਟਰੀ ਕਰਾਉਣੀ ਹੈ, ਇਹਦਾ ਉਧਰ ਕਰਨਾ, ਉਹ ਐਕਸਪਰਟ ਹੁੰਦੇ ਇਹਨਾਂ ਚੀਜ਼ਾਂ 'ਚ। ਇਸ ਕਰਕੇ ਪਿੰਡ ਦੇ ਲੋਕ ਉਹਨਾਂ ਦਾ ਇੱਕ ਸੁਭਾਵਿਕ ਤੌਰ 'ਤੇ ਸਤਿਕਾਰ ਵੀ ਕਰਦੇ ਹੁੰਦੇ ਆ। ਉਹ ਚੂੰਕਿ ਉਹਨਾਂ ਦੀ ਪੋਲੀਟੀਕਲ ਜਿਹੜੀ ਹੈ ਉਹ ਪੋਲੀਟੀਕਲ ਬੇਸ ਉਹਨਾਂ ਦਾ ਨਹੀਂ ਹੁੰਦਾ, ਪਰ ਉਹਨਾਂ ਦਾ ਲੋਕਾਂ 'ਤੇ ਪ੍ਰਭਾਵ ਬਹੁਤ ਹੁੰਦਾ ਹੈ। ਇਹ ਸਾਰਾ ਜਿਹੜਾ ਕਿਸਾਨ ਅੰਦੋਲਨ ਹੈ, ਇਹਦੇ 'ਚ ਬਹੁਤ ਸਾਰਾ ਤੰਤਰ ਐਸਾ ਹੈ ਕਿਸਾਨ ਖੁਦ ਨਹੀਂ ਮਹਿਸੂਸ ਕਰ ਪਾ ਰਹੇ, ਜਿਹੜੇ ਜ਼ਿਮੀਂਦਾਰ ਖੁਦ ਮਹਿਸੂਸ ਨਹੀਂ ਕਰ ਪਾ ਰਹੇ। ਉਹ ਇਹੀ ਸੋਚਦੇ ਪਏ ਸਾਡੇ ਪਿੰਡ ਦਾ ਹੀ ਬੰਦਾ ਹੈ, ਉਹ ਕਿੱਥੋਂ ਆ ਗਿਆ, ਕੋਈ ਮਾਓਵਾਦੀ ਕੋਈ ਉੱਥੋਂ ਚਾਈਨਾ ਤੋਂ ਥੋੜ੍ਹਾ ਆ ਗਿਆ। ਪਰ ਉਹ ਇਹ ਨਹੀਂ ਸਮਝ ਪਾ ਰਹੇ ਕਿ ਜਿਹੜੀ ਇਹ ਸੋਚ ਸੀ ਜਿਹਦੇ ਵਿੱਚ ਇਸ ਕਿਸਾਨ ਅੰਦੋਲਨ ਨੂੰ ਗੁਰੂਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਸਿੱਖ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਇਹਦੇ ਚੱਲਦੇ ਹੋਏ ਸਾਡੇ ਲੋਕ ਭਾਵੁਕ ਹੋ ਜਾਂਦੇ ਆ। ਇਹ ਉਹ ਸ਼ਰਾਰਤੀ ਆਦਮੀ ਜਾਣਦਾ ਹੈ ਜਿਹੜਾ ਸਾਰੇ ਕੰਮ ਕਰਨ ਦਾ ਸਾਰਾ ਇਨਵੋਲਵ ਰਹਿੰਦਾ ਹੈ, ਜਿਹੜਾ ਫੁੱਫੜ ਕਹਿ ਲਓ ਤੁਸੀਂ, ਵੀ ਪਿੰਡ ਦਾ ਫੁੱਫੜ ਹੈ, ਵੀ ਪੰਗੇ ਪਾਉਣ ਦਾ ਜਿਹੜਾ ਮਸਲਾ ਹੈ ਸਾਰਾ ਉਹ ਮਹਿਕਮਾ ਉਹਦੇ ਕੋਲ ਹੀ ਹੁੰਦਾ ਹੈ। ਇਹ ਸਾਰੇ ਅੰਦੋਲਨ 'ਚੋਂ ਇੱਕ ਸਾਨੂੰ ਸੀਖ ਲੈਣੀ ਚਾਹੀਦੀ ਹੈ ਕਿ ਸਾਨੂੰ ਘੱਟੋ ਘੱਟ ਅਗਰ ਅਸੀਂ ਇਸ ਦੇਸ਼ ਦੇ ਨਿਵਾਸੀ ਹਾਂ, ਉਸ ਦੇਸ਼ ਦੀ ਸਰਕਾਰ 'ਤੇ ਥੋੜ੍ਹਾ ਭਰੋਸਾ ਤਾਂ ਕਰਕੇ ਦੇਖੋ। ਤੁਸੀਂ ਇੱਕ ਹਾਲੇ ਬੱਚਾ ਜੰਮਿਆ ਨਹੀਂ ਅਤੇ ਉਹਦੇ ਵਿਆਹ ਦੇ ਵਿੱਚ ਕੀ ਦਾਜ ਮਿਲੇਗਾ ਅਤੇ ਨਹੀਂ ਮਿਲੇਗਾ, ਜੇ ਇੱਦਾਂ ਦੀ ਸੋਚ ਰੱਖ ਕੇ ਚੱਲਾਂਗੇ ਤਾਂ ਫਿਰ ਆਪਾਂ ਕਿੱਦਾਂ ਚੱਲ ਪਾਵਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਅਸੀਂ ਵੀ ਉਮੀਦ ਕਰਦੇ ਹਾਂ ਕਿ ਵਿਆਹ ਵਿੱਚ ਬੀ ਦਾ ਰੌਲਾ ਜਿਹੜਾ ਉਹ ਜਿਹੜੀ ਮਾਨਸਿਕਤਾ ਉਹਦੇ ਤੋਂ ਜਿਹੜੀ ਆ ਅਸੀਂ ਪੰਜਾਬੀ ਜ਼ਰੂਰ ਬਚ ਕੇ ਰਹਾਂਗੇ, ਔਰ ਜਿੰਨਾ ਵੀ ਹੁਣ ਤੱਕ ਸੰਘਰਸ਼ ਹੋਇਆ ਉਹਦੇ 'ਤੇ ਨਜ਼ਰਸਾਨੀ ਜ਼ਰੂਰ ਕਰਾਂਗੇ। ਔਰ ਅਸੀਂ ਜਿਹੜੇ ਸਾਡੇ ਹੀ ਪੁੱਤ ਭਰਾ ਨੇ, ਸਾਡੇ ਹੀ ਭਾਈ ਭਤੀਜੇ ਨੇ, ਸਾਡੇ ਹੀ ਬਜ਼ੁਰਗ ਨੇ ਜਿਹੜੇ ਕਿਸਾਨ ਸੰਘਰਸ਼ ਵਿੱਚ ਨੇ, ਔਰ ਅਸੀਂ ਉਹਨਾਂ ਦੇ ਨਾਲ ਸੰਪਰਕ ਸਾਰੇ ਜਣੇ ਰੱਖਾਂਗੇ। ਔਰ ਇਸ ਗੱਲ ਦੇ ਵਿੱਚੋਂ ਜਿਹੜੀ ਇੱਕ ਬਹੁਤ ਗੱਲ ਜਿਹੜੀ ਉੱਭਰ ਕੇ ਵੀ ਸਾਹਮਣੇ ਆਉਂਦੀ ਹੈ ਉਹ ਹੈਗੀ ਹੈ ਕਿ ਜਦੋਂ ਅਸੀਂ ਕੰਮ ਕਰਦੇ ਹਾਂ, ਜਿਸ ਢੰਗ ਨਾਲ ਵੀ ਖੇਤੀਬਾੜੀ ਕਰਦੇ ਹਾਂ, ਕੀ ਉਹ ਸਾਰੀਆਂ ਚੀਜ਼ਾਂ ਸਾਡੇ ਵਾਤਾਵਰਣ ਵਾਸਤੇ ਜਿਹੜੀਆਂ ਉਹ ਠੀਕ ਨੇ? ਉਹਨਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖ ਕੇ ਫਿਰ ਹੀ ਸਾਨੂੰ ਤੈਅ ਕਰਨਾ ਚਾਹੀਦਾ ਕਿ ਅਸੀਂ ਜਿੱਦ ਕਿਹੜੀ ਚੀਜ਼ 'ਤੇ ਕਰਨੀ ਆ। ਅਕਸਰ ਨੇ ਹੁਣ ਤਾਂ ਇਸ਼ਤਿਹਾਰ ਵੀ ਕੰਪਨੀ ਦੇ ਆ ਗਏ ਕਿ ਜਿੱਦ ਕਰੋ ਦੁਨੀਆ ਬਦਲੋ। ਦੁਨੀਆ ਨੂੰ ਬਦਲਣ ਵਾਸਤੇ ਜਿੱਦ ਹੋਣੀ ਚਾਹੀਦੀ, ਕਿਸੇ ਚੰਗੇ ਲਈ ਜਿੱਦ ਹੋਣੀ ਚਾਹੀਦੀ ਹੈ। ਜੇ ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਦਾ ਸਾਨੂੰ ਵੀ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਹੈ, ਅਤੇ ਮੈਨੂੰ ਲੱਗਦਾ ਕਿ ਉਹਦੇ ਉੱਤੇ ਵਿਚਾਰ ਦੇ ਵਿੱਚ ਹੀ ਸਭ ਤੋਂ ਵੱਡੀ ਜਿਹੜੀ ਸਿਆਣਪ ਹੈ ਉਹਦੇ ਵਿੱਚ ਇਕੁਆਲਿਟੀ ਹੈ। ਸੰਧੂ ਸਾਹਿਬ, ਤੁਸੀਂ ਗੱਲ ਬੜੀ ਵਧੀਆ ਕੀਤੀ। ਮੈਂ ਇਹਦੇ ਤੁਹਾਡੀ ਗੱਲ 'ਚੋਂ ਇੱਕ ਇੰਸਪਾਇਰੇਸ਼ਨ ਮਿਲ ਗਈ ਮੈਨੂੰ 2 ਲਾਈਨਾਂ ਹੋਰ ਕਹਿਣ ਦੀ ਕਿ ਦੇਖੋ ਅੱਜ ਸਿਰਫ ਕਿਸਾਨੀ ਹੀ ਸੰਕਟ 'ਚ ਨਹੀਂ ਹੈ, ਅੱਜ ਸਮਾਜ ਦੀ ਸਿਹਤ ਵੀ ਬਹੁਤ ਸੰਕਟ 'ਚ ਹੈ। ਜਿਹੜੇ ਪੈਸਟੀਸਾਈਡ ਅਸੀਂ ਪਾ ਕੇ ਰਾਤ ਦੇ ਐਡੇ ਬਤਾਊ ਜਿਹੜੇ ਸਵੇਰੇ ਐਡੇ ਕਰ ਲੈਂਦੇ ਆ, ਜਾਂ ਰਾਤ ਦੇ ਐਡੇ ਘੀਏ ਜਿਹੜੇ ਸਵੇਰੇ ਐਡੇ ਵੱਡੇ ਹੋਏ ਹੁੰਦੇ ਆ, ਉਹਨਾਂ ਵਿੱਚ ਜਿਹੜੀ ਜ਼ਹਿਰ ਜਾਂਦੀ ਹੈ ਉਹ ਆਮ ਆਦਮੀ ਦੇ ਢਿੱਡ 'ਚ ਜਾਂਦੀ ਹੈ। ਇਹ ਹਸਪਤਾਲ ਜਿਹੜੇ ਆ, ਇਹ ਸੋਚੋ ਕਿ ਜਦੋਂ ਇਹ ਪੈਸਟੀਸਾਈਡ ਯੂਜ਼ ਨਹੀਂ ਸੀ ਹੁੰਦੇ, ਸਾਡੇ ਕਿਸੇ ਨੇ ਦਿਲ ਦੀ ਬਿਮਾਰੀ ਸੁਣੀ ਨਹੀਂ ਸੀ। ਅੱਜ ਜਲੰਧਰ ਦੇ ਵਿੱਚ ਹੀ ਹਾਰਟ ਦੇ ਘੱਟੋ ਘੱਟ 10 ਸੈਂਟਰ ਹੋਣੇ। ਇਹ ਬਿਮਾਰੀਆਂ ਜਿਹੜੀਆਂ ਵਧੀਆਂ ਸੰਧੂ ਸਾਹਿਬ, ਇਹਦਾ ਵੀ ਕ੍ਰਿਸ਼ੀ ਨਾਲ, ਖੇਤੀ ਨਾਲ ਸੰਬੰਧ ਹੈ। ਔਰ ਸਾਡਾ ਕਿਸਾਨ ਇਸ ਗੱਲ 'ਤੇ ਵੀ ਤਾਂ ਜਾਗਰੂਕ ਹੋਵੇ। ਅੱਜ ਅਸੀਂ ਝੋਨਾ ਬੀਜ ਕੇ ਪੰਜਾਬ ਦਾ ਪਾਣੀ ਮਕਾਈ ਜਾਂਦੇ ਹਾਂ। ਜਿੰਨਾ ਝੋਨਾ ਬੀਜਦੇ ਉਹ 'ਚੋਂ 5% ਵੀ ਅਸੀਂ ਪੰਜਾਬ ਦੇ ਲੋਕ ਨਹੀਂ ਖਾਂਦੇ। ਕਦੀ ਸੋਚਿਆ ਕਿਸੇ ਨੇ? ਇਹ ਤਾਂ ਗੰਨਾ ਬੀਜ ਲਓ ਯਾਰ, ਇਹ ਤਾਂ ਕੋਈ ਹੋਰ ਫਸਲ ਬੀਜ ਲਓ। ਬਹੁਤ ਸਾਰੀਆਂ ਐਸੀਆਂ ਫਸਲਾਂ ਹੈ ਜਿਹੜੀਆਂ ਤੁਹਾਨੂੰ ਬਹੁਤ ਵਧੀਆ ਭਾਅ ਦੇ ਸਕਦੀਆਂ ਨੇ, ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਮਝਣ ਦੀ ਜ਼ਰੂਰਤ ਹੈ। ਅਸੀਂ ਅੰਨ੍ਹੇਵਾਹ ਲੱਗੇ ਹੋਏ ਹਾਂ, ਜਿੱਦ ਕਰਕੇ ਲੱਗੇ ਹੋਏ ਹਾਂ। ਜਿੱਦ ਨਾ ਕਰੀਏ,
ਜਿੱਦ ਜਿਹੜੀ ਹੈ ਉਹ ਜੇ ਚੰਗੇ ਕੰਮ ਲਈ ਕੀਤੀ ਜਾਏ ਤੇ ਉਹਦਾ ਨਤੀਜਾ ਵਧੀਆ ਨਿਕਲਦਾ ਹੈ। ਉਮੀਦ ਕਰਦੇ ਹਾਂ ਜੀ ਬਿਨਾਂ ਸੋਚੇ ਸੂਝਵਾਨ ਜਿਹੜੇ ਕਿਸਾਨ ਨੇ, ਬਹੁਤ ਅਗਾਂਹ ਵਧੂ ਕਿਸਾਨ ਨੇ, ਜਿਹੜੇ ਕਿ ਇਸ ਚੀਜ਼ ਨੂੰ ਸੋਚਦੇ ਵੀ ਨੇ, ਸੋਚ ਰਹੇ ਨੇ। ਉਹਨਾਂ ਨੇ ਆਪਣੇ ਵਾਸਤੇ ਘੱਟੋ ਘੱਟ ਜਿਹੜੇ ਕੁਝ ਖੇਤ ਜਿਹੜੇ ਅਲੱਗ ਉਗਾਉਣੇ ਸ਼ੁਰੂ ਕਰਤੇ ਜਿਸ 'ਚ ਪੈਸਟੀਸਾਈਡ ਵਗੈਰਾ ਨਹੀਂ ਪਾਉਂਦੇ। ਅਤੇ ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਇਹ ਚੀਜ਼ਾਂ ਘਾਤਕ ਨੇ, ਪਰਿਵਾਰਾਂ ਲਈ ਘਾਤਕ ਨੇ। ਅਤੇ ਜਿਸ ਦਿਨ ਮਨੁੱਖ ਨੂੰ ਇਹ ਸਮਝ ਆ ਗਿਆ ਕਿ ਜਿਹੜੇ ਮੇਰੇ ਪਰਿਵਾਰ ਲਈ ਘਾਤਕ ਹੈ ਉਹ ਦੂਜੇ ਪਰਿਵਾਰਾਂ ਲਈ ਵੀ ਘਾਤਕ ਹੈ, ਦੂਜੇ ਵੀ ਲੋਕਾਂ ਦੇ ਵਿੱਚ ਉਹੀ ਪਰਮਾਤਮਾ ਆ, ਉਹੀ ਜੋਤ ਆ, ਉਹੀ ਨੂਰ ਆ, ਉਹੀ ਰੂਹ ਵਸਦੀ ਹੈ। ਤੋ ਉਹਨਾਂ ਸਾਰਿਆਂ ਦਾ ਧਿਆਨ ਰੱਖਦੇ ਹੋਏ ਜੇਕਰ ਅਸੀਂ ਇਸ ਤੋਂ 2 ਕਦਮ ਪਿੱਛੇ ਲੈ ਆਵਾਂਗੇ ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਬਹੁਤਾ ਵੱਡਾ ਨੁਕਸਾਨ ਨਹੀਂ ਹੋਣ ਵਾਲਾ। ਕਿਤੇ ਨਾ ਕਿਤੇ ਜਿਹੜਾ ਸਾਡਾ ਸਮਾਜ ਦਾ ਫਾਇਦਾ ਹੈ, ਔਰ ਅਸੀਂ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਵਾਰਸ ਹਾਂ ਅਤੇ ਗੁਰੂ ਨਾਨਕ ਸਾਹਿਬ ਦੇ ਉਸ ਫਲਸਫੇ 'ਤੇ ਅਸੀਂ ਚੱਲਦੇ ਹੋਏ ਨਜ਼ਰ ਵੀ ਆਉਣੇ ਚਾਹੀਦੇ ਹਾਂ। ਇੱਥੇ ਗੱਲਬਾਤ ਕਰਦੇ ਹਾਂ। ਖਤਮ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬਹੁਤ।